समय असल ਦੇ ਵਿੱਚ ਮੈਨੂੰ ਪਿੰਡ ਵਾਲਿਆਂ ਨੇ ਸਾਡੇ ਆਪਣੇ ਪਿੰਡ ਵਾਲਿਆਂ ਨੇ ਦੁਆਰਾ ਕਮੇਟੀ ਦਾ ਪ੍ਰਧਾਨ ਬਣਾਇਆ। ਉੱਥੇ ਵੀ ਮੈਂ ਤਰਕਸ਼ੀਲ ਢੰਗ ਨਾਲ ਹੀ ਕੰਮ ਕੀਤਾ ਤੇ ਮੈਂ ਚਾਹੁੰਦਾ ਵੀ ਅੱਗੇ ਵਾਰ ਮੈਂ 2 ਸਾਲ ਉਹ ਕੰਮ ਕੀਤਾ, ਪੈਸਾ ਅੰਦਰੋਂ ਕੱਢ ਕੇ ਬਾਹਰ ਲਾਇਆ। ਜਿਹੜੀ ਧਰਮ ਦੀ ਆਇਡੈਂਟੀਟੀ ਸੀ, ਧਰਮ ਦਾ ਪ੍ਰਚਾਰ ਸੀ, ਪੁਜਾਰੀਵਾਦ ਸੀ, ਸ਼ਾਇਦ ਇੰਨਾ ਨਹੀਂ ਸੀ। ਅੱਜ ਦੇ ਸਮੇਂ ਦੇ ਵਿੱਚ ਸ਼ਾਇਦ ਉਹ ਪੁਜਾਰੀਵਾਦ ਵਧਿਆ। ਕ੍ਰਾਂਤੀ ਜੀ, ਤੁਹਾਨੂੰ ਲੱਗਦਾ ਵੀ ਗੁਰਦੁਆਰੇ ਪੈਰਲਲ ਤਰਕਸ਼ੀਲ ਸੁਸਾਇਟੀ ਹੋ ਗਈ ਵੀ ਇਹਨਾਂ ਦੇ ਵਿਚਕਾਰ ਕੋਈ ਟਕਰਾਓ ਹੈ? ਤੇ ਜੇ ਲੋਕਾਂ ਦੇ ਸਿੱਖ ਧਰਮ ਦੀ ਹੋਵੇ ਤਾਂ ਫਿਰ ਬਾਬਿਆਂ ਕੋਲ ਵੀ ਜਾਣ, ਇਹਨਾਂ ਮੰਨ ਲਓ ਉਹ ਵੀ ਨਹੀਂ ਹੈ। ਦੇਖਦੇ ਆ ਵੀ ਜਿੱਥੇ ਦੇ ਸਾਡਾ ਕੋਈ ਬੜਾ ਮੋਟਾ ਸਾਨੂੰ ਰਾਤ ਨੂੰ ਬਹੁਤ ਹਾਂਜੀ ਦੋਸਤੋ, ਤਰਕਸ਼ੀਲ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਦੋਸਤ ਆਜ਼ਾਦ, ਲੈ ਕੇ ਤਰਕ ਦੀਆਂ ਕੁਝ ਹੋਰ ਗੱਲਾਂ। ਦੋਸਤੋ, ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਸ਼ਖਸੀਅਤਾਂ ਨਾਲ ਰੂਬਰੂ ਹੁੰਦੇ ਰਹਿੰਦੇ ਹਾਂ ਅਤੇ ਤੁਹਾਡੇ ਤੱਕ ਵੱਡਮੁੱਲੀਆਂ ਵਿਚਾਰ ਅਤੇ ਵਿਦਵਾਨਾਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਤੇ ਅੱਜ ਅਸੀਂ ਮੁਲਾਕਾਤ ਕਰਨ ਪਹੁੰਚੇ ਹਾਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿਖੇ ਜਰਨੈਲ ਕ੍ਰਾਂਤੀ ਜੀ ਨਾਲ, ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮੋਹਾਲੀ ਜ਼ੋਨ ਚੰਡੀਗੜ੍ਹ ਦੇ ਨਾਲ ਜੁੜੇ ਹੋਏ ਆ। ਇੱਥੋਂ ਦੇ ਬਾਬਾ ਬੋੜ ਨੇ ਤੇ ਇਹਨਾਂ ਦਾ ਇਸ ਲਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਤਰਕਸ਼ੀਲ ਲਹਿਰ ਦੇ ਬਾਰੇ ਦੇ ਵਿੱਚ ਜਿਹਨੇ ਵੱਡਾ ਯੋਗਦਾਨ ਪਾਇਆ, ਪੰਜਾਬ ਦੀ ਮਾਨਸਿਕਤਾ ਨੂੰ, ਪੰਜਾਬ ਦੀ ਇੱਕ ਸਮਾਜ ਨੂੰ ਇੱਕ ਸੇਧ ਦਿੱਤੀ ਆ, ਇਹਦੇ ਬਾਰੇ 'ਚ ਅਸੀਂ ਗੱਲ ਕਰਾਂਗੇ। ਕ੍ਰਾਂਤੀ ਜੀ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਕ੍ਰਾਂਤੀ ਜੀ, ਪਹਿਲਾਂ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿ ਤੁਸੀਂ ਇਸ ਲਹਿਰ ਦੇ ਵਿੱਚ ਕਿਸ ਤਰੀਕੇ ਨਾਲ ਆਏ, ਤੁਹਾਡਾ ਪਿਛੋਕੜ ਕੀ ਸੀ, ਇਹਦੇ ਬਾਰੇ ਤੁਸੀਂ ਥੋੜ੍ਹਾ ਸਾਨੂੰ ਦੱਸੋ। ਹਾਂਜੀ, ਮੈਂ ਮਤਲਬ ਬੇਸਿਕਲੀ ਮੈਂ ਟੀਚਰ ਸੀ ਅਤੇ ਪਹਿਲਾਂ ਪ੍ਰਾਇਮਰੀ ਟੀਚਰ ਰਿਹਾ, ਫਿਰ B.Ed ਵਗੈਰਾ ਕਰਨ ਤੋਂ ਬਾਅਦ ਮੈਂ ਮਾਸਟਰ ਬੈਡਰ 'ਤੇ ਆਇਆ 78 'ਚ। ਉਦੋਂ ਉਸ ਵੇਲੇ ਸਰਹੰਦ ਵਾਲੇ ਏਰੀਏ 'ਚ ਸੀਗੇ, ਉੱਥੇ ਅਸੀਂ ਇੱਕ ਇਕਾਈ ਬਣਾਈ ਸੀ 86 ਦੇ ਵਿੱਚ, ਪਰ ਮੇਰੇ ਘਰੋਂ ਕੋਈ ਹਾਲਾਤ ਠੀਕ ਨਾ ਹੋਣ ਕਾਰਨ ਮੈਨੂੰ ਉੱਥੋਂ ਸ਼ਿਫਟ ਹੋਣਾ ਪਿਆ। ਇਸ ਕਰਕੇ ਉਹ ਸਾਡੀ ਇਕਾਈ ਬਹੁਤਾ ਦੇਰ ਚੱਲ ਨਹੀਂ ਸਕੀ ਅਤੇ ਮੈਂ ਮੋਹਾਲੀ ਆ ਗਿਆ। ਮੋਹਾਲੀ ਆ ਕੇ ਮਤਲਬ ਮੇਰਾ ਮੁੜ ਕੇ ਮੇਰੇ ਚਾਹੁਣ ਦੇ ਬਾਵਜੂਦ ਵੀ ਛੇਤੀ ਇਕਾਈ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਮੈਂ ਲੱਭ ਰਿਹਾ ਸੀ ਵੀ ਘੱਟੋ ਘੱਟ ਮੈਨੂੰ ਕੋਈ ਮੈਗਜ਼ੀਨ ਹੀ ਕਿਤੋਂ ਮਿਲ ਜਾਵੇ, ਅਤੇ ਫਿਰ ਮੈਨੂੰ ਗੁਰਮੀਤ ਖਰੜ ਵੀ ਮਿਲੇ ਕਾਫੀ ਸਮੇਂ ਬਾਅਦ, ਅਤੇ ਉਹਨਾਂ ਤੋਂ ਮੈਂ 20-25 ਮੈਗਜ਼ੀਨ ਲੈ ਕੇ ਆਪਣੇ ਤੌਰ 'ਤੇ ਹੀ ਵੰਡਣ ਲੱਗ ਗਿਆ। ਉਦੋਂ ਮੈਂ ਹਲੇ ਇਕਾਈ ਦੇ ਨਾਲ ਪੱਕੇ ਤੌਰ 'ਤੇ ਨਹੀਂ ਜੁੜਿਆ ਸੀ। ਅਤੇ ਫਿਰ ਇੱਥੇ ਸਾਡੇ ਇਕਾਈ ਮੋਹਾਲੀ ਦੇ ਵਿੱਚ ਮੇਰੇ ਤੋਂ ਬਹੁਤ ਪਹਿਲਾਂ ਇਕਾਈ ਚੱਲਦੀ ਸੀ, ਜਿਹਨੂੰ ਆਪਣੇ ਜਸਵੰਤ ਮੋਹਾਲੀ ਹੋਣੀ ਅਤੇ ਉਹਦੇ ਸਾਥੀ ਚਲਾ ਰਹੇ ਸੀ। ਜਦੋਂ ਫਿਰ ਮੇਰਾ ਮਤਲਬ ਇਹਦੇ ਨਾਲ ਸੰਪਰਕ ਹੁੰਦਾ ਰਿਹਾ ਗੁਰਮੀਤ ਨਾਲ, ਤਾਂ ਗੁਰਮੀਤ ਮੈਨੂੰ ਕਹਿੰਦੇ ਵੀ ਆਪਾਂ ਅੱਜ ਜਿਹੜੀ ਮੀਟਿੰਗ ਹੈ, ਮੀਟਿੰਗ 'ਤੇ ਜਾਣਾ। ਇਕਾਈ ਦੀ ਮੀਟਿੰਗ ਸੀ ਰੋਜ਼ ਗਾਰਡਨ 'ਚ, ਅਸੀਂ ਉੱਥੇ ਗਏ। ਉੱਥੇ ਜਸਵੰਤ ਨੇ ਗੱਲ ਕਹੀ ਵੀ ਸਾਨੂੰ ਬਹੁਤ ਦੇਰ ਹੋ ਗਈ ਇਕਾਈ ਚਲਾਉਂਦੇ ਹਾਂ, ਵੀ ਹੁਣ ਅਸੀਂ ਇਹਨੂੰ ਨਹੀਂ ਚਲਾ ਸਕਦੇ, ਵੀ ਸਾਨੂੰ ਜਾਂ ਤਾਂ ਤੁਸੀਂ ਚੰਡੀਗੜ੍ਹ 'ਚ ਬੁਲਾ ਦਿਓ ਅਤੇ ਜਾਂ ਸਾਨੂੰ ਖਰੜ 'ਚ ਬੁਲਾ ਦਿਓ। ਅਤੇ ਫਿਰ ਮੈਨੂੰ ਆਪਣੇ ਗੁਰਮੀਤ ਜੀ ਨੇ ਕਿਹਾ ਵੀ ਤੁਹਾਡਾ ਬਹੁਤ ਤਜਰਬਾ ਹੈ, ਕਿਉਂਕਿ ਤੁਸੀਂ ਟੀਚਿੰਗ ਵਿੱਚ ਵੀ ਕੰਮ ਕੀਤਾ, ਜਿਸ ਕਰਕੇ ਤੁਸੀਂ ਇਸ ਇਕਾਈ ਨੂੰ ਸਾਂਭੋ। ਮੈਂ ਕਿਹਾ ਵੀ ਮੈਂ ਸਾਂਭਣ ਲਈ ਤਿਆਰ ਹਾਂ। ਉਸ ਸਮੇਂ ਅਸਲ ਦੇ ਵਿੱਚ ਮੈਨੂੰ ਪਿੰਡ ਵਾਲਿਆਂ ਨੇ, ਸਾਡੇ ਆਪਣੇ ਪਿੰਡ ਵਾਲਿਆਂ ਨੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਜੀ। ਉਦੋਂ ਮੈਂ ਮੇਰਾ ਉਹ ਪੀਰੀਅਡ ਸੀ ਜਦੋਂ ਉੱਥੇ ਇਹ ਗੱਲ ਚੱਲ ਰਹੀ। ਮੈਂ ਗੁਰਮੀਤ ਨੂੰ ਕਿਹਾ ਵੀ ਬਸ ਹੁਣ ਮੇਰਾ ਪੂਰਾ ਹੋ ਜਾਣਾ, ਅਤੇ ਅਪ੍ਰੈਲ ਦੇ ਵਿੱਚ ਮੈਂ ਉੱਥੋਂ ਛੱਡ ਕੇ ਫਿਰ ਮੈਂ ਇੱਧਰ ਆਊਂਗਾ, ਮੈਂ 2 ਪਾਸੇ ਨਹੀਂ ਮੈਂ ਪੈਰ ਰੱਖ ਸਕਦਾ। ਚਲੋ ਉੱਧਰੋਂ ਫਿਰ ਛੱਡਣ ਤੋਂ ਬਾਅਦ ਮੈਂ ਉਹਨਾਂ ਦੇ ਕਹਿਣ ਮੁਤਾਬਕ ਇਕਾਈ ਦਾ ਮਤਲਬ ਜਥੇਬੰਦਕ ਮੁਖੀ ਦੇ ਤੌਰ 'ਤੇ ਉਹਦਾ ਭਾਰ ਸੰਭਾਲਿਆ। ਅਤੇ ਉਸ ਤੋਂ ਬਾਅਦ ਅੱਜ 20 ਸਾਲ ਹੋ ਗਏ ਲਗਭਗ, ਇਹ 2002 ਦੀ ਸ਼ਾਇਦ ਗੱਲ ਹੈਗੀ ਆ, ਅਤੇ 20 ਸਾਲ ਹੋ ਗਏ ਆ ਮੈਂ ਲਗਾਤਾਰ ਇਹਦੇ ਨਾਲ ਜੁੜਿਆ ਹੋਇਆ, ਔਰ ਇਸ ਨੂੰ ਹਰ ਪੱਖ ਤੋਂ ਇਸ ਨੂੰ ਅਪਲਿਫਟ ਕਰਨ 'ਚ ਆਪਣਾ ਪੂਰਾ ਯੋਗਦਾਨ ਪਾ ਰਿਹਾ। ਰਿਟਾਇਰਮੈਂਟ ਤੋਂ ਬਾਅਦ ਮੈਂ ਰਿਟਾਇਰਮੈਂਟ ਤੋਂ ਬਾਅਦ ਹੈ, ਰਿਟਾਇਰਮੈਂਟ ਤੋਂ ਬਾਅਦ ਮੈਂ ਹੁਣ ਪੂਰਾ ਮਤਲਬ ਇੱਕ ਹੋਰ ਟਾਈਮਰ ਦੇ ਤੌਰ 'ਤੇ ਕੰਮ ਕਰ ਰਿਹਾ। ਤੁਸੀਂ ਗੱਲ ਕੀਤੀ ਸੀ ਕਿ ਤੁਸੀਂ ਗੁਰਦੁਆਰਾ ਕਮੇਟੀ ਦੇ
ਪ੍ਰਧਾਨ ਸੀਗੇ। ਕਿੱਥੇ ਕਿਹੜਾ ਗੁਰਦੁਆਰਾ ਸੀ, ਕਿਹੜਾ ਪਿੰਡ ਸੀ ਜਿੱਥੇ ਤੁਸੀਂ ਪ੍ਰਧਾਨ ਸੀ? ਮੇਰਾ ਪਿੰਡ ਸੈਂਪੜੀ ਹੈ, ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਜੀ ਕਿੰਨੇ ਦੇ ਕੋਲ। ਉੱਥੇ ਦਾ ਗੁਰਦੁਆਰਾ ਸੀ, ਉੱਥੇ ਦੀ ਕਮੇਟੀ ਪਹਿਲਾਂ ਆਲਰੇਡੀ ਚੱਲ ਰਹੀ ਸੀ ਜੀ ਤੇ ਮੈਂ ਤਾਂ ਮਤਲਬ ਮੋਹਾਲੀ ਆ ਗਿਆ ਸੀ। ਫਿਰ ਕਦੇ ਕਦਾਈ ਪਿੰਡ ਜਾਂਦੇ ਸੀ ਮੈਨੂੰ ਜਾਣਾ, ਤਾਂ ਕੁਦਰਤੀ ਉਸ ਦਿਨ ਉੱਥੇ ਚੋਣ ਚੱਲ ਰਹੀ ਸੀ। ਜੀ ਕਹਿੰਦੇ ਜੀ ਅੱਜ ਚੋਣ ਆ। ਕਹਿੰਦੇ ਬਾਬਾ ਮੇਰਾ ਤਾਂ ਕੋਈ ਭਾਈ ਸੰਬੰਧ ਨਹੀਂ, ਮੈਂ ਤਾਂ ਉਹ ਹੈ ਹੀ ਨਹੀਂ। ਕਹਿੰਦੇ ਨਹੀਂ, ਕਹਿੰਦੇ ਤੁਸੀਂ ਚੱਲੋ, ਤੁਹਾਨੂੰ ਦਿਖਾਉਣੀ ਹੈ ਚੋਣ। ਚਲ ਮੈਂ ਚਲਿਆ ਗਿਆ ਉਹਨਾਂ ਨਾਲ ਗੁਰਦੁਆਰੇ ਦੇ ਤੇ ਜਾ ਕੇ ਮਤਲਬ ਉੱਥੇ ਸਾਡੀ ਜਿਹੜੀ ਬਣਤਰ ਹੈ ਉਹ ਇੱਦਾਂ ਹੈ ਵੀ ਪਿੰਡ ਦੇ ਜਿਹੜੇ ਜਿਵੇਂ ਹੁੰਦੇ ਆ ਨਾ, ਪਿੰਡਾਂ ਦੇ ਵਿੱਚ ਇੱਕ ਗੂਤ ਦੇ ਆਉਦੇ ਗਰੁੱਪਸ ਹੁੰਦੇ ਆ ਜੀ। ਉਹਨਾਂ ਨੂੰ ਆਪਾਂ ਠੋਲੇ ਕਹਿ ਦਿੰਦੇ, ਢੇਰੀ ਕਹਿ ਦਿੰਦੇ। ਉਹ ਉਹਨਾਂ ਕੋਈ ਬੰਦੇ ਲੈਂਦੇ ਜੀ। ਹਰ ਢੇਰੀ ਦਾ ਮਤਲਬ 2 ਬੰਦੇ ਲੈ ਲੈਂਦੇ ਆ ਜੀ ਤੇ 2 ਬੰਦੇ ਉਹ ਫਿਰ ਹਰੀਜਨਾਂ ਤੋਂ ਦਲਦਾ ਉਹ 15 ਮੈਂਬਰ ਬਣ ਜਾਂਦੇ ਆ। 15 ਮੈਂਬਰ ਜਿਹੜੇ ਆ ਉਹ ਫਿਰ ਆਪਣਾ ਪ੍ਰਧਾਨ ਸੈਕਟਰੀ ਜੋ ਹੈ ਉਹ ਚੁਣਦੇ। ਜੀ ਤੇ ਜਦ ਮੈਂ ਉੱਥੇ ਗਿਆ ਤਾਂ ਮੇਰੀ ਢੇਰੀ ਵਾਲੇ ਜਾ ਕੇ ਮੇਰਾ ਨਾਮ ਦਿੱਤਾ। ਮੈਂ ਕਿਹਾ ਵੀ ਤੁਸੀਂ ਇਹ ਕਿਆ ਕਰਿਆ? ਮਤਲਬ ਮੈਂ ਤਾਂ ਦੇਖਣ ਵਾਸਤੇ ਆ ਗਈ। ਕਹਿੰਦੇ ਨਹੀਂ। ਚਲੋ ਉਹਦੇ ਬਾਅਦ ਫਿਰ ਜਾਂ 15 ਮੈਂਬਰੀ ਕਮੇਟੀ ਵਾਲੀ ਮੀਟਿੰਗ ਹੋਈ, ਉਹਨੇ ਜਾ ਕੇ ਪ੍ਰਧਾਨ ਮਾਤਾ ਸਰਬੰਸ ਜੀ। ਮੈਂ ਕਿਹਾ ਚਲੋ ਹੁਣ ਤੁਸੀਂ ਮੈਨੂੰ ਬਣਾ ਤਾਂ ਦਿੱਤਾ ਪਰ ਮਤਲਬ ਹੁਣ ਮੈਂ ਤੁਹਾਨੂੰ ਕੰਮ ਕਰਕੇ ਦਿਖਾਊਂਗਾ ਤੁਹਾਡਾ। ਤੇ ਮੈਂ ਚਾਹੁੰਦਾ ਵੀ ਅੱਗੇ ਬਾਅਦ ਮੈਂ 2 ਸਾਲ ਉਹ ਕੰਮ ਕੀਤਾ ਬਈ ਪੈਸਾ ਅੰਦਰੋਂ ਕੱਢ ਕੇ ਬਾਹਰ ਲਾਇਆ ਜੀ। ਪਸ਼ੂ ਡਿਸਪੈਂਸਰੀ ਦੀ ਬਿਲਡਿੰਗ ਕੰਪਲੀਟ ਕਰਕੇ ਉਹਦਾ ਉਦਘਾਟਨ ਕਰਵਾਇਆ ਮੰਤਰੀ ਨੂੰ ਬੁਲਾ ਕੇ ਜੀ। ਫਿਰ ਸਕੂਲ 'ਚ ਕਮਰੇ ਬਣਵਾਏ, ਸਕੂਲ ਅਪਗ੍ਰੇਡ ਹੋਇਆ, ਉਹਨੂੰ ਫਰਨੀਚਰ ਦੀ ਲੋੜ ਸੀ, ਉਹ ਫਰਨੀਚਰ ਲੈ ਕੇ ਦਿੱਤਾ। ਬੱਚਿਆਂ ਨੂੰ ਕਾਰਡ ਲੈ ਕੇ ਜਾਂਦੇ ਸੀ ਟਾਈਮ ਤੇ। ਇਸ ਤਰ੍ਹਾਂ ਮਤਲਬ ਆਪਾਂ ਨੇ ਕੋਸ਼ਿਸ਼ ਕਰੀ ਵੀ ਬਾਹਰ ਲਾਏ ਜੀ। ਤੇ ਬਾਕੀ ਜਿਹੜਾ ਗੁਰਦੁਆਰੇ ਦੇ ਅੰਦਰੂਨੀ ਲੰਗਰ ਉਹ ਸਾਰਾ ਉਹ ਬੜਾ ਤਰੀਕੇ ਨਾਲ ਨਹੀਂ ਪਹਿਲੀਆਂ ਕਮੇਟੀਆਂ ਦੇ ਇਲਜ਼ਾਮ ਲੱਗਦੇ ਸੀ। ਜੀ ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਏ ਸੀ, ਗੁਰਦੁਆਰਾ ਦੇ ਪ੍ਰਧਾਨ ਸੀ, ਤੇ ਉਹਦੇ ਬਾਅਦ ਦੇ ਵਿੱਚ ਤੁਸੀਂ ਸੁਸਾਇਟੀ ਦੇ ਵੱਲ ਵੀ ਜਿਹੜੀ ਕਿ ਇਹ ਮੰਨਿਆ ਜਾਂਦਾ ਕਿ ਗੈਰ ਧਾਰਮਿਕ ਹੈਗੀ ਆ, ਤੁਸੀਂ ਇਧਰ ਵੱਲ ਨੂੰ ਕਿੱਦਾਂ ਤੁਹਾਡਾ ਮੋੜਾ ਆਇਆ? ਤੁਹਾਡੀ ਸੋਚ ਜਿਹੜੀ ਵਿਗਿਆਨਕ ਹੋਈ ਕਦੋਂ ਕਿਤੇ ਬਣੀ? ਮਾਨਸਿਕ ਤੌਰ 'ਤੇ ਮੇਰਾ ਪਹਿਲਾਂ ਹੀ ਇੱਧਰ ਸੀ। ਉਹ ਤਾਂ ਮੈਨੂੰ ਇੱਕ ਮਜਬੂਰੀ ਨੂੰ ਉੱਥੇ ਉਹ ਕਰਨਾ ਪਿਆ, ਪਰ ਉੱਥੇ ਵੀ ਮੈਂ ਤਰਕਸ਼ੀਲ ਢੰਗ ਨਾਲ ਹੀ ਕੰਮ ਕੀਤਾ। ਤੁਸੀਂ ਹੈਰਾਨ ਹੋਵੋਗੇ ਕਿ ਮੈਂ ਗੁਰਦੁਆਰੇ ਦੀ ਸਟੇਜ 'ਤੇ ਤਰਕਸ਼ੀਲ ਸਾਡੀ ਦੇ ਨਾਟਕ ਕਰਵਾਏ ਸੀਗੇ ਤੇ ਆਪਣਾ ਉਹ ਮੇਘਰਾਜ ਰੱਲੇ ਦੀ ਟੀਮ ਉੱਥੇ ਆ ਜੀ। ਤੇ ਮੈਂ ਆਪਣਾ ਮੈਗਜ਼ੀਨ ਲਵਾਇਆ ਤੇ ਲਾਈਫ ਟਾਈਮ ਚੰਦਾ ਭਰਿਆ ਜੀ। ਬਾਅਦ 'ਚ ਵੀ ਆਉਂਦਾ ਰਿਹਾ, ਹੁਣ ਪਤਾ ਨਹੀਂ ਹੁੰਦਾ ਨਹੀਂ ਹੁੰਦਾ। ਤੇ ਅੱਜ ਵੀ ਲੋਕ ਮੈਨੂੰ ਯਾਦ ਕਰਦੇ, ਉਹ ਕਹਿੰਦੇ ਤੁਸੀਂ ਫੇਰ ਆ ਜਾਓ, ਜਿਹੜਾ ਤੁਸੀਂ ਕੰਮ ਕਰਕੇ ਗਏ ਹੋ ਵੀ ਉਹ ਮੁੜ ਕੇ। ਕ੍ਰਾਂਤੀ ਜੀ, ਤੁਹਾਨੂੰ ਲੱਗਦਾ ਵੀ ਗੁਰਦੁਆਰੇ ਪੈਰਲਲ ਤਰਕਸ਼ੀਲ ਸੁਸਾਇਟੀ ਹੋ ਗਈ ਵੀ ਇਹਨਾਂ ਦੇ ਵਿਚਕਾਰ ਕੋਈ ਟਕਰਾਓ ਹੈ, ਜਾਂ ਅਸੀਂ ਇਹ ਕਹੀਏ ਕਿ ਦੋਵੇਂ ਕੰਮ ਸੇਮ ਹੀ ਕਰ ਰਹੀਆਂ? ਤੁਸੀਂ ਇਹਦੇ ਬਾਰੇ ਕਿੱਦਾਂ ਸਮਝਦੇ ਹੋ? ਨਹੀਂ, ਟਕਰਾਅ ਜੇ ਆਪਾਂ ਉੱਥੇ ਦੇਖੀਏ ਨਾ ਵੀ ਟਕਰਾਅ ਉਸ ਤਰ੍ਹਾਂ ਤਾਂ ਨਹੀਂ ਹੈ। ਇਹ ਥੋੜ੍ਹਾ ਜਿਹਾ ਲੋਕਾਂ ਦੀ ਸਮਝ ਦਾ ਚੱਕਰ ਹੈ ਵੀ ਜਿਹੜੇ ਆਮ ਜਿਹੜੇ ਪੜ੍ਹੇ ਲਿਖੇ ਆ ਉਹ ਤਾਂ ਮਾੜਾ ਮੋਟਾ ਜਾਣਦਾ, ਜਿਹੜੇ ਪਿੰਡਾਂ ਦੀਆਂ ਕਮੇਟੀਆਂ ਪਿੰਡਾਂ ਦੇ ਲੋਕ ਆ ਉਹ ਤਾਂ ਮਤਲਬ ਬਿਲਕੁਲ ਜਿਹੜੇ ਧਰਮ ਨਾਲ ਜੁੜੇ ਆ, ਬਿਲਕੁਲ ਅੰਧ-ਵਿਸ਼ਵਾਸੀ ਟਾਈਪ ਨਾਲ ਜੁੜੇ। ਉਹ ਹਰ ਗੱਲ ਮਤਲਬ ਵੀ ਸੁੱਖਣਾ ਉੱਥੋਂ ਸੁੱਖਣੀ ਹੈ, ਗੁਰੂ ਗ੍ਰੰਥ ਸਾਹਿਬ ਤੋਂ ਹੀ ਕਹਿਣਾ ਵੀ ਆਹ ਸਾਡਾ ਕਰਦੇ, ਆਹ ਸਾਡਾ ਕਰਦੇ, 2-2 ਵਾਰੀ 3-3 ਵਾਰੀ ਬੱਚੇ ਟੇਕਦੇ ਆ ਕਿ ਸਾਡਾ ਆਹ ਕੰਮ ਹੋ ਗਿਆ, ਉਹ ਕੰਮ ਹੋ ਗਿਆ। ਵੀ ਇਸ ਤਰ੍ਹਾਂ ਕਰਕੇ ਜੇ ਇਸ ਨੂੰ ਤਰਕ ਸੰਗਤ ਉੱਥੇ ਵੀ ਬਣ ਜਵੇ ਤਾਂ ਸਾਡਾ ਸਹਿਯੋਗੀ ਹੋ ਸਕਦਾ। ਤੇ ਤੁਹਾਨੂੰ ਲੱਗਦਾ ਵੀ ਜਿਹੜਾ ਇਸ ਵੇਲੇ ਦਾ ਸਮਾਂ ਚੱਲ ਰਿਹਾ, ਇੱਕ ਪੁਰਾਣਾ ਸਮਾਂ ਸੀ ਜਿਹਦੇ ਵਿੱਚ ਮੈਨੂੰ ਲੱਗਦਾ ਕੋਈ ਜਿਹੜੀ ਧਰਮ ਦੀ ਆਇਡੈਂਟੀਟੀ ਸੀ ਐਡੀ ਨਹੀਂ ਸੀਗੀ, ਜਿਹੜੀ ਧਰਮ ਦੀ ਆਇਡੈਂਟੀਟੀ ਸੀ, ਧਰਮ ਦਾ ਪ੍ਰਚਾਰ ਸੀ, ਪੁਜਾਰੀਵਾਦ ਸੀ, ਸ਼ਾਇਦ ਇੰਨਾ ਨਹੀਂ ਸੀ। ਅੱਜ ਦੇ ਸਮੇਂ ਦੇ ਵਿੱਚ ਸ਼ਾਇਦ ਉਹ ਪੁਜਾਰੀਵਾਦ ਵਧਿਆ। ਹਾਂ, ਵਧਿਆ, ਕਿਉਂਕਿ ਜਿਵੇਂ ਜਿਵੇਂ ਉਹਨਾਂ ਨੂੰ ਇਹ ਲੱਗਦਾ ਹੈ ਵੀ ਮਤਲਬ ਹੋਰ ਵੱਧ ਰਹੇ ਆ, ਆਪਾਂ ਵੀ ਵਧੀਏ, ਹਰ ਇੱਕ ਦਾ ਕੋਈ ਇੱਕ ਇਹ ਧਰਮ ਨਹੀਂ, ਬਾਕੀ ਧਰਮ ਵੀ ਮਤਲਬ ਵਧੇ। ਤੇ ਚਾਹੇ ਮਤਲਬ ਹਿੰਦੂ ਧਰਮ ਹੈ, ਇਹਨਾਂ ਨੂੰ ਦੇਖਾ ਦੇਖੀ ਮੁਸਲਮਾਨ ਧਰਮ ਵੀ ਅੱਗੇ ਤੁਰਿਆ ਜੀ। ਹਾਂਜੀ, ਇਸ ਕਰਕੇ ਮਤਲਬ ਹਰ ਇੱਕ ਉਹ ਇਸ ਪਾਸੇ ਨੂੰ ਚੱਲ ਰਿਹਾ ਵੀ ਅਸੀਂ ਆਪਣੀ ਪਰਬਤਾ ਬਣਾ ਲਈਏ, ਆਪਣੀ ਪਰਬਤਾ ਬਣਾ ਲਈਏ, ਲੋਕਾਂ ਨੂੰ ਆਪਣੇ ਨਾਲ ਜੋੜ ਲਈਏ। ਇਹ ਕਰਕੇ ਸਾਨੂੰ ਤਰਕਸ਼ੀਲ ਸੁਸਾਇਟੀ ਨੂੰ ਲੋਕਾਂ ਨੂੰ ਜੋੜ ਕੇ ਮੁਸ਼ਕਿਲ ਵੀ ਆ ਰਹੀ ਜੀ। ਇਹਦਾ ਮਤਲਬ ਹੈਗਾ ਕਿ ਜਿਹੜਾ ਈਵਨ ਜੇ ਅਸੀਂ ਇਸ ਤਰ੍ਹਾਂ ਦੇਖੀਏ ਵੀ ਜਿਹੜੀਆਂ ਧਰਮ ਦੇ ਸਥਾਨ ਨੇ
ਜਾਂ ਜਿਹਨੂੰ ਅਸੀਂ ਕਹੀਏ ਵੀ ਧਰਮ ਦੀ ਸਾਂਝ ਹੈਗੀ ਆ, ਉਹ ਵੀ ਮੇਰੇ ਖਿਆਲ ਦੇ ਵਿੱਚ ਬੰਦੇ ਨੂੰ ਕਿਸੇ ਸਹੀ ਪਾਸੇ ਨੂੰ ਤਾਂ ਲੈ ਕੇ ਜਾਂਦੀ ਹੋਆ। ਸਹੀ ਪਾਸੇ ਲੈ ਕੇ ਜਾਂਦੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ ਦੇਖੋ, ਜੇ ਤਾਂ ਮਤਲਬ ਉਹਦੀ ਜੋ ਵਿਚਾਰ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ ਜੀ, ਵੀ ਗੁਰਦੁਆਰੇ ਅਸਲ ਦੇ ਵਿੱਚ ਜਿਹੜੇ ਪਹਿਲੇ ਸਮਿਆਂ 'ਚ ਬਣੇ ਸੀ ਨਾ, ਉਹ ਇੱਕ ਪਿੰਡ ਦਾ ਮਤਲਬ ਇੱਕ ਸੈਂਟਰ ਸੀਗਾ ਵੀ ਲੋਕ ਇਕੱਠੇ ਹੋ ਕੇ, ਆਮ ਲੋਕ ਗੁਰਦੁਆਰੇ ਨਹੀਂ ਸੀ ਜਾਇਆ ਕਰਦੇ ਜੀ। ਜਿੱਥੇ ਕਿ ਮੈਂ ਆਪਣੇ ਵੀ ਦੇਖਿਆ, ਸਿਰਫ ਮਹੀਨੇ ਬਾਅਦ ਜਦੋਂ ਦੇਸੀ ਮਹੀਨਿਆਂ ਦੀ ਸੰਗਰਾਂਦ ਨੂੰ ਕਹਿੰਦੇ ਤੇ ਨਾ, ਉਸ ਦਿਨ ਲੋਕ ਜ਼ਰੂਰ ਜਾਂਦੇ ਸੀ। ਯਾਨੀ ਅਸਲ ਦੇ ਵਿੱਚ ਤਾਂ ਇਹ ਸੀ ਵੀ ਉਸ ਬਹਾਨੇ ਜਾਂਦੇ ਤੇ ਉਹਦੇ ਪਿੰਡ ਦੇ ਮਸਲੇ ਵਿਚਾਰੇ, ਉਹੀ ਇੱਕ ਤਰੀਕੇ ਨਾਲ ਸਾਂਝ ਕੇਂਦਰ ਸੀਗੇ ਉਹ। ਸਾਂਝ ਕੇਂਦਰ ਸੀ। ਚਾਹੇ ਉਹ ਇਦਾਂ ਵੀ ਲੈ ਲਈਏ, ਚਾਹੇ ਗੁਰਦੁਆਰੇ ਲੈ ਲਈਏ ਅਸੀਂ, ਚਾਹੇ ਇੱਕ ਤਰੀਕੇ ਨਾਲ ਮਸੀਤਾਂ ਵੀ ਲੈ ਲਈਏ, ਮੰਦਿਰ ਵੀ ਲੈ ਲਈਏ, ਲੋਕਾਂ ਦੇ ਜੁੜਨ ਦੀਆਂ ਥਾਵਾਂ ਸੀ। ਜਿਵੇਂ ਪੁਜਾਰੀਵਾਦ ਹੋ ਗਿਆ, ਜਾਂ ਜਿਹੜੇ ਮਤਲਬ ਲੋਕ 2 ਨੰਬਰ ਵਾਲੇ, ਜਿਹੜਾ ਸਾਡੇ ਪਿੰਡ ਦਾ ਗੁਰਦੁਆਰਾ ਬਿਲਕੁਲ ਸਧਾਰਨ ਗੁਰਦੁਆਰਾ ਸੀ, ਜਿਹੜਾ ਉੱਥੇ ਬਾਬਾ ਸੀ, ਅਸੀਂ ਤਾਂ ਉਹਨੂੰ ਭਾਈ ਜੀ ਕਹਿੰਦੇ ਹੁੰਦੇ, ਜਿਹੜਾ ਬਾਅਦ 'ਚ ਮਸ਼ਹੂਰ ਸੰਤ ਹੋਇਆ, ਉਹ ਤਾਂ ਇੱਥੇ ਚੰਡੀਗੜ੍ਹ 'ਚ ਪਿੰਡ ਆ ਗਿਆ, ਉਹਦਾ ਕੈਲਰ ਜੀ ਇੱਥੋਂ ਦਾ ਸੀ। ਅਤੇ ਅਸੀਂ ਜਦੋਂ ਦਾ ਦੇਖਿਆ ਵੀ ਉੱਥੇ ਕੁਛ ਨਹੀਂ ਸੀ, ਰੋਟੀ ਪਿੰਡ 'ਚੋਂ ਜਾਂਦੀ ਸੀ 2 ਟਾਈਮ ਜੀ। ਹਰ ਉਹ ਕਿਸੇ ਨੂੰ ਰਹਿਣ ਵੀ ਨਹੀਂ ਦਿੰਦਾ, ਜੇ ਕੋਈ ਯਾਤਰੂ ਆ ਜਾਂਦਾ ਤਾਂ ਨਾ ਗੁਰਦੁਆਰੇ 'ਚੋਂ ਰਾਤ ਨਹੀਂ ਰਹਿਣ ਦਿੰਦਾ ਜੀ। ਅਤੇ ਬਾਕੀ ਪਿੰਡ ਦੀ ਸ਼ਬਦ ਮੰਡਲੀ ਬਣੀ ਹੋਈ ਸੀ, ਉਹ ਬਾਹਰ ਜਾਂਦੀ ਸੀ, ਆਨੰਦ ਕਾਰਜ ਕਰਾਉਂਦੀ, ਸਾਰਾ ਪੈਸਾ ਲਿਆ ਕੇ ਉਹਨੂੰ ਦਿੰਦੀ। ਉਹ ਬੜਾ ਸਾਦਾ ਜਿਹਾ ਕੰਮ ਸੀ ਜੀ। ਇਹ ਫਿਰ ਇੱਕ ਦੌਰ ਆਇਆ ਮਤਲਬ ਜਦੋਂ ਇੱਥੇ ਸਰਕਾਰਾਂ ਦੇ ਵਿੱਚ ਕਈ ਵਾਰੀ ਚੇਂਜ ਆਉਂਦੀ ਹੈ ਨਾ, ਇੱਥੇ ਵੀ ਕੋਈ ਚੇਂਜ ਆਈ, ਕਾਂਗਰਸ ਦੀ ਜਗ੍ਹਾ ਅਕਾਲੀ ਆ ਗਏ, ਤਾਂ ਮਤਲਬ ਇਹ ਫੜਾਫੜੀ ਦਾ ਦੌਰ ਜਿਹਾ ਸ਼ੁਰੂ ਹੋ ਗਿਆ ਜੀ। ਜੈਲ ਸਿੰਘ ਦੀ ਸਰਕਾਰ ਰਹੀ ਸੀ, 77 'ਤੇ ਆ ਗਏ, ਉਹਨਾਂ ਨੂੰ ਖਤਰਾ ਖੜਾ ਹੋਊਗਾ, ਕੋਈ ਬੰਦਿਆਂ ਨੂੰ ਇਹਨਾਂ ਨੇ ਫੜਿਆ ਹੋਇਆ। ਤਾਂ ਇੱਕ ਬੰਦਾ ਰਿਹਾ ਜੈਲ ਸਿੰਘ ਦਾ ਸੈਕਟਰੀ ਸੀ, ਅਤੇ ਉਹ ਵੀ ਤੁਹਾਨੂੰ ਪਤਾ ਵੀ ਜੇ ਉਹਨਾਂ ਕਰਿਆ ਤਾਂ ਸੈਕਟਰੀ ਨੇ ਵੀ ਕੋਈ ਨਾ ਕਰਿਆ। ਉਹ ਇਸ ਗੱਲੋਂ ਡਰਿਆ ਵਾ, ਉਹਦੇ ਕੁਝ ਬੰਦੇ ਸੀ, 1-2 ਠੇਕੇਦਾਰ ਸ਼ਰਾਬ ਦੇ ਸਾਡੇ ਇਲਾਕੇ 'ਚ, ਉਹਨਾਂ ਨਾਲ ਉਹਦਾ ਮਿੱਤਰਜਾਰਾ ਸੀ, ਉਹਨੇ ਉਹਨਾਂ ਨਾਲ ਗੱਲ ਕਰੀ। ਉਹ ਕਹਿੰਦੇ ਵੀ ਸਾਡੇ ਪਿੰਡ ਸੰਤ ਹੈ ਸਾਡੇ ਨੇੜੇ, ਵੀ ਉਹਦੀ ਟੋਭੇ ਨਾਲ ਹੈਗੀ ਹੈ, ਵੀ ਤੁਹਾਨੂੰ ਉਹਨੂੰ ਮਿਲਾ ਦਿੰਦੇ ਹਾਂ, ਵੀ ਫਿਰ ਤੇਰਾ ਫਾਇਦਾ। ਉਹ ਬੰਦਾ ਸਾਡੇ ਗੁਰਦੁਆਰੇ ਤੋਂ ਮਿਲਾ, ਉਹਨੇ ਆ ਕੇ ਫਿਰ ਆਪਣਾ ਜਿਹੜਾ ਰੰਗ ਦਿਖਾਉਣਾ ਸੀ, ਵੀ ਕਦੇ 4 ਪੱਖੇ ਲਿਆ ਕੇ ਲਾਤੇ, ਕਦੇ 4 ਦਰੀਆਂ ਲਿਆ ਕੇ ਸੁੱਟੀਆਂ। ਫਿਰ ਉਹ ਇੱਕ ਦਿਨ ਬਾਬੇ ਨੂੰ ਵੀ ਚਲੋ ਜੀ ਪੌਂਟਾ ਸਾਹਿਬ ਤੁਹਾਨੂੰ ਘੁਮਾ ਕੇ ਲਿਆ ਜੀ, ਉਹ ਲੈ ਗਿਆ ਜੀ। ਆ ਕੇ ਫਿਰ ਉਹਨੇ ਮਤਲਬ ਇਹ ਫੈਲਾਤਾ ਵੀ ਬਾਬੇ 'ਚ ਤਾਂ ਸ਼ਕਤੀ ਬੜੀ ਹੈ, ਇਹ ਪਤਾ ਨਹੀਂ ਮੇਰੀ ਪਤਾ ਨਹੀਂ 20 ਕਿਲੋਮੀਟਰ ਪਤਾ ਨਹੀਂ ਕਿੰਨੀ ਗੱਡੀ ਬਿਨਾਂ ਤੇਲ ਤੋਂ ਚੱਲੀ ਗਈ। ਇਸ ਤਰ੍ਹਾਂ ਦੀਆਂ ਉਹਦੇ ਨਾਲ ਜੋੜ ਕੇ ਘਟਨਾਵਾਂ। ਫਿਰ ਉਹਦਾ ਜਿਹੜਾ ਸਰਕਲ ਸੀ ਉਹਦੇ ਨਾਲ ਦੇ ਬੰਦੇ ਉਹ ਆਉਣ ਲੱਗ ਗਏ, ਅਤੇ ਇਸ ਤਰ੍ਹਾਂ ਮਤਲਬ ਉਸ ਨੂੰ ਚੜ੍ਹਾਤਾ ਜੀ। ਫਿਰ ਉੱਥੇ ਬਾਜ ਦਾ ਡਰਾਮਾ ਰਚਿਆ ਗਿਆ, ਇੱਕ ਬਾਜ ਆਉਂਦਾ ਸੀ, ਅਤੇ ਉਹ ਵੀ ਚਲੋ ਕੁਝ ਸਮੇਂ ਬਾਅਦ ਖਤਮ ਹੋਏ, ਬਥੇਰੇ ਲੋਕਾਂ ਨੇ ਪੈਸੇ ਦਾ ਉੱਪਰ ਕਰਿਆ। ਅਤੇ ਅਸਲ ਦੇ ਵਿੱਚ ਨਾ ਇਸ ਨੂੰ ਸੰਸਥਾ ਨੂੰ ਜਿਹੜਾ ਖਰਾਬ ਕਰਨ ਵਾਲੇ ਵੀ ਸਿਆਸੀ ਲੋਕ ਅਤੇ ਲਾਹਾ ਲੈਣ ਲਈ ਪੁਜਾਰੀ ਵਰਗ ਦੇ ਨਾਲ ਮਿਲ ਕੇ ਸਿਆਸੀ ਲੋਕਾਂ ਨੇ ਇਹਦਾ ਜਿਹੜਾ ਪੁਜਾਰੀ ਵਰਗ ਨੂੰ ਤਾਂ ਆਪਣੇ ਹਿੱਤ ਹੈ ਜੀ, ਇਹਨਾਂ ਦੇ ਆਪਣੇ ਹਿੱਤ ਹੈ ਬਿਲਕੁਲ। ਅਤੇ ਕ੍ਰਾਂਤੀ ਜੀ, ਤੁਹਾਨੂੰ ਲੱਗਦਾ ਵੀ ਇੱਕ ਪਾਸੇ ਤਰਕਸ਼ੀਲ ਸੁਸਾਇਟੀ ਕੰਮ ਕਰ ਰਹੀ ਆ, ਇੱਕ ਪਾਸੇ ਜਿਹੜਾ ਉਹ ਇੱਕ ਧਾਰਮਿਕ ਵਰਗ ਹੈਗਾ, ਕਿ ਇਹ ਇਕੱਠੇ ਨਹੀਂ ਚੱਲ ਸਕਦੇ? ਦੇਖੋ, ਇਕੱਠੇ ਤਾਂ ਮਤਲਬ ਚੱਲ ਸਕਦੇ ਆ, ਕਿਉਂਕਿ ਪੰਜਾਬ ਦਾ ਮਤਲਬ ਇਹ ਤੁਹਾਨੂੰ ਪਤਾ ਹੋਊਗਾ ਕਿ ਇੱਕ ਇਹ ਗੱਲ ਜਦੋਂ ਨਕਸਲਾਈਟ ਮੂਵਮੈਂਟ ਤੋਂ ਬਾਅਦ ਜਸਵੰਤ ਕਮਲ ਨੇ ਇੱਕ ਨਾਵਲ ਹੋਰ ਲਿਖਿਆ ਸੀ, ਜਿਹਦਾ ਨਾਮ ਸੀਗਾ ਐਨਿਆਂ ਤੋਂ ਉੱਠੇ ਸੀ। ਉਹਨੇ ਇਹੀ ਗੱਲ ਮਤਲਬ ਉਹਦੇ 'ਚ ਪੇਸ਼ ਕਰੀ। ਹਾਲਾਂਕਿ ਪਹਿਲਾਂ ਉਹਨੇ ਲਹੂ ਦੀ ਲੋ ਨਾਵਲ ਲਿਖਿਆ, ਅਤੇ ਉਦੋਂ ਬਾਅਦ ਫਿਰ ਜਦੋਂ ਉਹਨੇ ਇਹ ਨਾਵਲ ਲਿਖਿਆ, ਫਿਰ ਉਹਨੇ ਇਹ ਕਿਹਾ ਵੀ ਜਿਹੜਾ ਪੰਜਾਬ ਹੈ ਇਹਦਾ ਜਿਹੜਾ ਸੱਭਿਆਚਾਰ ਹੈ ਉਹ ਸਿੱਖੀ ਨਾਲ ਜੁੜਿਆ ਹੋਇਆ, ਕਿਉਂਕਿ ਗੁਰੂਆਂ ਦਾ ਆਪਾਂ ਕਹਿ ਦਿੰਦੇ ਹਾਂ ਜੀ, ਅਤੇ ਉਹ ਜੁੜਿਆ ਹੋਇਆ ਕਿ ਜਿਹੜੀ ਵੀ ਉਹਦੇ ਮੂਵਮੈਂਟ, ਕੋਈ ਵੀ ਮੂਵਮੈਂਟ ਜਿਹੜੀ ਕਿਸੇ ਵੀ ਉਦੋਂ ਚੱਲੂਗੀ, ਉਹ ਇਸ ਤੋਂ ਬਿਨਾਂ ਨਹੀਂ ਚੱਲ ਸਕਦੀ। ਉਹਨੇ ਤਾਂ ਮਤਲਬ ਸਾਡੇ ਇਹ ਗੱਲ ਵੀ ਕਹੀ ਸੀ ਅਸਲ ਦੇ ਵਿੱਚ ਤਾਂ, ਕਿ ਸਾਡੇ ਅੰਦਰ ਵੀ ਗੱਲ ਨਹੀਂ ਸੁਣੀਆਂ ਗੱਲਾਂ, ਬਈ ਸਗੋਂ ਆਪਣੇ ਬੰਦਿਆਂ ਨੂੰ ਇਹ ਸਿੱਖ ਧਰਮ ਦੀ ਸਟੱਡੀ ਕਰਵਾ ਕੇ
ਬਜਾਏ ਅਨਪੜ੍ਹ ਮਤਲਬ ਜਿਹੜੇ ਗੁਰਦੁਆਰਿਆਂ 'ਚ ਬੰਦੇ ਬੈਠੇ ਹੈ ਕਿ ਉਹਨਾਂ ਦੀ ਥਾਂ ਇਹਨਾਂ ਨੂੰ ਤੇ ਪੁੱਟ ਕਰਿਆ ਤਾਂ ਕਿ ਉਹ ਵਿਗਿਆਨਕ ਢੰਗ ਨਾਲ ਲੋਕਾਂ ਨੂੰ ਇਹ ਗੱਲ ਸਮਝਾ ਜੀ। ਈਵਨ ਮੌਜੂਦਾ ਦੌਰ ਦੇ ਵਿੱਚ ਅਸੀਂ ਦੇਖੀਏ ਤਾਂ ਕਾਫੀ ਸਾਰੇ ਜਿਹੜੇ ਮਸ਼ਹੂਰ ਸੰਤ ਨੇ ਜਾਂ ਲੋਕੀ ਉਹਨਾਂ ਦੀ ਗੱਲ ਸੁਣਦੇ ਨੇ, ਜਿਨ੍ਹਾਂ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਢੱਡਰੀਆਂ ਵਾਲਾ ਦਾ ਨਾਮ ਕਾਫੀ ਅਸੀਂ ਦੇਖਦੇ ਹਾਂ ਵੀ ਉਹ ਵੀ ਲਗਭਗ ਅਜਿਹੀਆਂ ਗੱਲਾਂ ਕਰਦੇ ਨੇ ਜਿਹੜੀ ਸੁਸਾਇਟੀ ਗੱਲਾਂ ਕਰਦੀ ਹੈ ਕਿਸੇ ਵੇਲੇ। ਇਹ ਉਹਨਾਂ ਦੀ ਲੋੜ ਹੈ ਜੀ, ਕਿਉਂਕਿ ਜਿਹੜਾ ਢੱਡਰੀਆਂ ਵਾਲਾ ਕੁਝ ਸਮੇਂ ਤੋਂ ਲੁਕਿਆ ਇਹਨਾਂ ਦੇ ਆਪਸ ਵਿੱਚ ਜਿੰਨੇ ਇਹ ਵੱਖਰੇ ਵੱਖਰੇ ਸੰਪਰਦਾਵਾਂ ਦੇ ਸੰਤ ਬਣੇ ਤੁਰੇ ਫਿਰਦੇ ਆ ਵੀ ਇਹਨਾਂ ਦੀਆਂ ਆਪਣੇ ਆਪਣੇ ਉਹ ਹੈਗੇ ਨੇ, ਜਿਵੇਂ ਕਹਿ ਲਓ ਵੀ ਆਪਣੀਆਂ ਕੋਟੀਆਂ ਬਣਾਈਆਂ ਵੀ ਇਹਨਾਂ ਨੇ ਵੀ ਰਿਆਸਤਾਂ ਬਣਾਈਆਂ ਹੋਈਆਂ ਜੀ, ਅਤੇ ਫਿਰ ਇਹਨਾਂ ਦੇ ਆਪਸ ਵਿੱਚ ਟਕਰਾਅ ਵੀ ਹੁੰਦੇ ਆ। ਉਹਨਾਂ ਟਕਰਾਵਾਂ ਕਰਕੇ ਤਾਂ ਭਿੰਡਰਾਂ ਇਹਦੇ ਢੱਡਰੀਆਂ ਵਾਲੇ ਦੇ ਇਹਨਾਂ ਨਾਲ ਟਕਰਾਅ ਹੋਏ ਅਤੇ ਉਦੋਂ ਤੋਂ ਬਾਅਦ ਉਹਦੀ ਜਿਹੜੀ ਭਾਸ਼ਾ ਹੈ ਨਾ ਉਹ ਥੋੜ੍ਹੀ ਤਰਕ ਵਾਲੀ ਭਾਸ਼ਾ ਸ਼ੁਰੂ ਹੋਈ। ਜੀ, ਈਵਨ ਜੇ ਅਸੀਂ ਇਸ ਤਰ੍ਹਾਂ ਵੀ ਕਹੀਏ ਵੀ ਉਹ ਹਾਲਾਤ ਪੈਦਾ ਹੋ ਗਏ ਨੇ ਵਿਗਿਆਨ ਨੇ ਜਾਂ ਅਸੀਂ ਮਿਲ ਕੇ ਇੱਦਾਂ ਦੇ ਹਾਲਾਤ ਕ੍ਰੀਏਟ ਕਰ ਵੀ ਉਹਨਾਂ ਦੀਆਂ ਜਿਹੜੀਆਂ ਉਹ ਅਲਾਫੋਲ ਗੱਲਾਂ ਮਾਰਦੇ ਸੀ ਹੁਣ ਸੁਣੀਆਂ ਨਹੀਂ ਜਾਂਦੀਆਂ। ਇਸ ਕਰਕੇ ਉਹਨਾਂ ਦੀ ਲੋੜ ਬਣ ਗਈ ਕਿ ਉਹ ਵਿਗਿਆਨ ਦਾ ਉਹਨਾਂ ਨੂੰ ਸਹਾਰਾ ਲੈਣਾ ਪੈ ਰਿਹਾ। ਚਾਹੇ ਉਹ ਸਿੱਖ ਧਰਮ ਦੇ ਅਨੁਆਈ ਹੋ ਗਏ, ਚਾਹੇ ਉਹ ਮੁਸਲਮਾਨਾਂ ਦੇ ਅਨੁਆਈ ਹੋ ਗਏ, ਉਹ ਸਾਰੇ ਹੀ ਉਸ ਚੀਜ਼ ਨੂੰ ਤਾਂ ਨਹੀਂ ਛੱਡਣਗੇ ਜੀ। ਤੇ ਮਤਲਬ ਹੁਣ ਢੱਡਰੀਆਂ ਵਾਲਾ ਇਹੀ ਸਫਾਈਆਂ ਦਿੰਦਾ ਵੀ ਜਿਹੜਾ ਮੈਂ ਆਪ ਕੁਛ ਉਰੇ ਬਣਾਇਆ ਜੀ ਵੀ ਇਹ ਮੇਰੇ ਨਾਮ ਨਹੀਂ ਹੈ, ਇਹ ਮਤਲਬ ਸਾਰਾ ਗੁਰੂ ਦੇ ਨਾਮ ਜਿਹੜੀ ਸਾਰਾ ਬਣਾਏ ਤਾਂ ਜਰਾਤ ਤਾਂ ਨਿੱਜੀਓ ਬਣਾਈ ਨਾ, ਜਿਹੜੀ ਉਸ ਤੋਂ ਬਚਣ ਦਾ ਮੇਰਾ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਜੇ ਤੁਹਾਨੂੰ ਪਤਾ ਵੀ ਉਹਨੂੰ ਮਾਰਨ ਦੀ ਵੀ ਘਟਨਾ ਹੋਈ ਉੱਥੋਂ ਵੀ ਮਤਲਬ ਉਹ ਹੁਣ ਤਾਂ ਉਹ ਸਿੱਧੀਆਂ ਜਿਹੜੇ ਜਿਵੇਂ ਆਪਣਾ ਮੋਰਚਾ ਚੱਲ ਰਿਹਾ ਮੋਰਚੇ ਦੇ ਹੱਕ 'ਚ ਵੀ ਬੋਲਦਾ ਹੈ। ਅਤੇ ਕ੍ਰਾਂਤੀ ਜੀ ਜਿਹੜੇ ਆਮ ਲੋਕ ਨੇ ਕਿਉਂਕਿ ਉਹ ਮੇਰੇ ਖਿਆਲ ਦੇ ਵਿੱਚ ਸਾਨੂੰ ਘੱਟ ਸੁਣਦੇ ਆ, ਇਹਨਾਂ ਲੋਕਾਂ ਨੂੰ ਜ਼ਿਆਦਾ ਸੁਣਦੇ ਆ। ਇਹ ਤਾਂ ਦੇਖੋ ਮਤਲਬ ਇਹਨਾਂ ਦੀ ਜਿਹੜੀਆਂ ਜੜ੍ਹਾਂ ਹੈ ਉਹ ਮਤਲਬ ਸਾਡੇ ਬਹੁਤ ਪਿਛੋਕੜ 'ਚ ਜਿਹੜੇ ਸਾਡੇ ਬਜ਼ੁਰਗ ਆ ਹੋਰ ਜਿਵੇਂ ਉਹਨਾਂ ਨੇ ਜਿਹੜੀ ਮਾਨਸਿਕਤਾ ਦੇ ਵਿੱਚ ਸਾਰੀਆਂ ਚੀਜ਼ਾਂ ਪਈਆਂ ਉਹਨਾਂ ਨੇ ਸਹੀ ਗੱਲਾਂ ਨਹੀਂ ਦੱਸੀਆਂ ਹੋਈਆਂ, ਉਹਨਾਂ ਨੂੰ ਉਹੀ ਗੱਲਾਂ ਦੱਸੀਆਂ ਹੋਈਆਂ ਜਿੰਨੀ ਕੁ ਦੀ ਇਹਨਾਂ ਨੂੰ ਲੋੜ ਹੈ ਅਤੇ ਲੋਕ ਉਹਨਾਂ ਨੂੰ ਲੈ ਕੇ ਹੀ ਅੱਗੇ ਤੁਰੀ ਜਾਂਦੇ ਆ। ਅਤੇ ਜੇ ਲੋਕਾਂ 'ਚ ਸਿੱਖ ਧਰਮ ਵੀ ਹੋਵੇ ਤਾਂ ਫਿਰ ਬਾਬਿਆਂ ਕੋਲ ਕੋਈ ਜਾਣ ਇਹਦਾ ਮਤਲਬ ਉਹ ਵੀ ਨਹੀਂ ਹੈ। ਉਹ ਦੇਖਦੇ ਆ ਵੀ ਜਿੱਥੇ ਦੇ ਸਾਡਾ ਕੋਈ ਮਾੜਾ ਮੋਟਾ ਸਾਨੂੰ ਰਾਹਤ ਮਿਲਦੀ ਉਹ ਉੱਥੇ ਚਲੇ ਜਾਂਦੇ ਆ। ਅਤੇ ਆਮ ਲੋਕ ਜਿਹੜੇ ਹੈਗੇ ਨੇ ਉੱਧਰ ਨੂੰ ਜ਼ਿਆਦਾ ਕਿਉਂ ਜਾਂਦੇ ਆ? ਜ਼ਿਆਦਾ ਇਹ ਜਾਂਦੇ ਆ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਪਾਈਆਂ ਗਈਆਂ ਹੈ ਵੀ ਇਹ ਜਿਹੜਾ ਜੀਵਨ ਹੈ ਇਹ ਜੀਵਨ ਜਿਹੜਾ ਹੈ ਇਹ ਉਸ ਚਾਹੇ ਕੋਈ ਕਹਿ ਲਓ ਗੋਡ ਕਹਿ ਲਓ ਅਕਾਲ ਪੁਰਖ ਕਹਿ ਲਓ ਕੁਛ ਕਹਿ ਲਓ ਵੀ ਇਹ ਉਹਦਾ ਛੱਡਿਆ ਵਾ ਅਤੇ ਜਿਹੜੇ ਅਮੀਰ ਗਰੀਬ ਹੈ ਉਹਦੇ ਹੀ ਬਣਾਏ ਗਏ ਜੀ। ਅਤੇ ਬਾਕੀ ਕੁਛ ਕਰਮਾਂ ਦਾ ਫਲ ਦਾ ਕਹਿ ਦਿੰਦੇ ਆ ਵੀ ਪਿਛਲੇ ਜਨਮ ਦੇ ਉੱਤੇ। ਇਸ ਕਰਕੇ ਜਦੋਂ ਉਹਨਾਂ ਨੂੰ ਭੀੜ ਪੈਂਦੀ ਹੈ ਉਹ ਉਹਨਾਂ ਅਦਾਰਿਆਂ ਵੱਲ ਨੂੰ ਭੱਜਦੇ। ਜੇ ਤਾਂ ਉੱਥੇ ਕੋਈ ਮਾੜੇ ਮੋਟੇ ਰਾਹਤ ਮਿਲ ਗਈ ਨਹੀਂ ਉਹਨੂੰ ਛੱਡ ਕੇ ਕਿਤੇ ਹੋਰ ਨੂੰ ਭੱਜ ਜਾਂਦੇ। ਇਸ ਦਾ ਜਿਹੜਾ ਰਾਜ ਹੋਇਆ ਇਸੇ ਕਰਕੇ। ਇਸ ਦਾ ਮਤਲਬ ਹੈਗਾ ਜਿਹੜੇ ਆਮ ਲੋਕ ਨੇ ਉਹ ਕਿਸੇ ਸ਼ਾਰਟਕਟ ਦੇ ਵਿੱਚ ਉਲਝੇ ਰਹਿੰਦੇ ਆ ਵੀ ਉਹਨੂੰ ਕਿਸੇ ਚਮਤਕਾਰ ਦੇ ਰਾਹੀਂ ਜਾਂ ਉਹਨਾਂ ਨੂੰ ਕੁਛ ਐਡਾ ਨਾ ਕਰਨਾ ਪਵੇ, ਉੱਪਰੋਂ ਕੁਛ ਨਾ ਕੁਛ ਹੋ ਜਾਵੇ। ਫੌਰੀ ਇਲਾਜ ਚਾਹੁੰਦੇ ਆ, ਫੌਰੀ ਇਲਾਜ ਚਾਹੁੰਦੇ ਆ ਆਪਣੀ ਮਤਲਬ ਉੱਪਰ ਦਾ ਫੌਰੀ ਇਲਾਜ ਚਾਹੁੰਦੇ ਆ ਪਰ ਉਹ ਮਿਲਦਾ ਨਹੀਂ ਆਇਆ ਵੀ ਉੱਥੇ ਜਾਣ ਨਾਲ ਕੁਛ ਗੱਲਾਂ ਸੁਣਿਆ ਉਹਨੇ ਕੁਛ ਉੱਥੇ ਗਏ ਲੰਗਰ ਛਕਿਆ ਉਹਨੇ ਤਾਂ ਉਹਦੇ ਨਾਲ ਥੋੜ੍ਹੀ ਬਹੁਤੀ ਉਹਨਾਂ ਨੂੰ ਮਤਲਬ ਰਾਹਤ ਮਿਲ ਜਾਂਦੀ। ਇਸ ਦਾ ਮਤਲਬ ਹੈਗਾ ਵੀ ਉਹਨਾਂ ਨੂੰ ਉੱਥੋਂ ਕੁਛ ਨਹੀਂ ਲੱਗਦਾ ਅਤੇ ਅਲਟੀਮੇਟਲੀ ਉਹ ਇੱਕ ਚੱਕਰ ਦੇ ਵਿੱਚ ਉਲਝੇ ਹੋਏ ਆ ਅਤੇ ਉਹ ਚੱਕਰ ਜਿਹਾ ਮੇਰੇ ਖਿਆਲ ਦੇ ਵਿੱਚ ਤੋੜਨ ਦੇ ਲਈ ਤਰਕਸ਼ੀਲ ਸੁਸਾਇਟੀ ਸੁਚੇਤ ਕਰਨ ਦੇ ਲਈ ਲੱਗੀ ਹੋਈ ਆ। ਕੀ ਤੁਸੀਂ ਉਹਨਾਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ? ਇਹ ਦੇਖੋ ਇਹ ਉਦੋਂ ਤੱਕ ਆਪਾਂ ਕਾਮਯਾਬ ਨਹੀਂ ਹੋਵਾਂਗੇ ਵੀ ਜਦ ਤੱਕ ਲੋਕ ਖੁਦ ਮਤਲਬ ਇੱਧਰ ਨੂੰ ਨਹੀਂ ਤੁਰਦੇ। ਇਹਦੇ 'ਚ ਅਨਪੜ੍ਹਤਾ ਦਾ ਵੀ ਸਵਾਲ ਹੈ, ਇਹ 'ਚ ਅਨਪੜ੍ਹਤਾ ਵੀ ਜੁੜੀ ਹੋਈ ਹੈ, ਇਹਦੇ ਵਿੱਚ ਮਤਲਬ ਗਰੀਬੀ ਵੀ ਜੁੜੀ ਹੈ। ਇਹ ਚੀਜ਼ਾਂ ਜੁੜਨ ਨਾਲ ਉਹ ਪੜ੍ਹਾਈ ਦਾ ਲੈਵਲ ਉਹ ਹੋ ਨਹੀਂ ਰਿਹਾ। ਜੇ ਹੋ ਰਿਹਾ ਤਾਂ ਉਹ ਵੀ ਦੂਜੇ ਪਾਸੇ ਹੈ ਵੀ ਨੌਕਰੀ ਵਾਲਾ ਪਾਸਾ ਹੋ ਗਿਆ ਜਾਂ ਕਿਸੇ ਹੋਰ ਪਾਸੇ ਦਾ ਹੋ ਗਿਆ, ਲੇਕਿਨ ਉਹ ਜੋ ਸਮਝਣ ਦੇ ਵਾਸਤੇ ਨਹੀਂ ਕਰ ਰਹੇ। ਇਸ ਕਰਕੇ ਮਤਲਬ ਜਿਵੇਂ ਹੁਣ ਆਪਾਂ ਨੇ ਲਹਿਰ ਚਲਾਈ ਸੀ ਵੀ ਜਿਹੜੇ ਮਾਨਸਿਕ ਰੋਗ ਕੇਸ ਹੈ ਜੀ ਉਹਨਾਂ ਨੂੰ ਆਪਾਂ ਠੀਕ ਕਰਕੇ ਚਾਹੁੰਦੇ ਸੀ ਵੀ ਉਹ ਲੋਕ ਸਾਡੇ ਨਾਲ ਜੁੜਨ। ਆਪਾਂ ਮੈਗਜ਼ੀਨ ਦਿੰਦੇ ਉਹਨਾਂ ਨੂੰ ਲਿਟਰੇਚਰ ਦਿੰਦੇ ਹਾਂ ਪਰ ਉਹ ਲੋਕ ਜਿਹੜੇ ਸਾਡੇ ਕੋਲ ਆਉਂਦੇ ਆ ਉਹ ਸਿਰਫ ਇੱਕ ਇੱਦਾਂ ਹੁੰਦੇ ਆ ਜਿਵੇਂ ਡਾਕਟਰ ਕੋਲ ਜਾਂਦੇ। ਉਹਨਾਂ ਨੂੰ ਆਉਂਦਿਆਂ ਦਾ ਇਹ ਹੁੰਦਾ ਜੀ ਸਾਨੂੰ ਠੀਕ ਕਰ ਦਿਓ, ਸਾਨੂੰ ਠੀਕ ਕਰ ਦਿਓ ਅਤੇ ਜੇ ਠੀਕ ਹੋ ਗਏ ਤਾਂ ਮੁੜ ਕੇ ਉਹਨੇ ਨੇ ਆਉਣਾ
ਕਿਉਂਕਿ ਮੈਚ ਇੰਜਰੀ ਕਿਹੜਾ ਦਾਣਾ ਹੋਵੇ ਉਹਨਾਂ ਪਾਉਂਦਾ ਜਿਹੜੀ ਉਹਨਾਂ ਦਾ ਹਲੇ ਉਹ ਲੈਵਲ ਹੈ ਨਹੀਂ। ਜੀ। For more contents related to rational thinking, subscribe our Tarkshil TV channel now. For instant updates of new videos, don't forget to press the bell icon.